प्यारे बच्चों सत श्री अकाल। 8वीं श्रेणी लई समाजिक विज्ञान विषय का 14वां पाठ जिस दा सिरलेख है दस्तकारी अते उद्योग आपां करन जा रहे हां। इस पाठ नूं आपां 3 भागां विच वंडिया सी। इस दे पहले 2 भाग आपां कर चुके हां। सो अज आपां इसका तीसरा अते आखिरी भाग करन जा रहे हां। पाठ शुरू करन तो पहला तुहाडे कोल जरूरी समान जो होना चाहिदा है वो है तुहाडी समाजिक विज्ञान दी पाठ पुस्तक, कापी अते पेन। सो आओ शुरू करते हां साडा अज दा ये भाग जिसका टाइटल है विषा अध्ययन कपड़े। प्यारे बच्चों, आपां सारे वख-वख तरह के कपड़े पहनते हाँ। तुसी वेख्या होवेगा कि जदों तुसी स्कूल जांदे हो तां स्कूल दी वर्दी पहनदे हो, घर विच होर कपड़े पहनदे हो, किसी विआह जां होर समागम ते जाण लगे तुसी होर कपड़े पहनदे हो। आपां बाजार जांदे हां तां दुकानां उपर बहुत सुंदर सुंदर रंग बिरंगे सोहणे सोहणे कपड़े वेखण नूं मिलदे हन। अजोका मनुख बहुत तरह दे सुंदर अते अलग अलग तरह दे पहरावे पहनदा है। तुसी अपने आले दुआले वेख्या होएगा कमीज, दुपट्टा, पैंट कोट, साड़ियां, होर ना जाने किन्ने ही तरह दे पहरावे असी पहनदे हां। आपां मौसम अते रुत्तां अनुसार भी कपड़े पहनदे हां। सर्दियां विच साडे कपड़े अजिहे हुंदे हन जो सानू सर्दी तो बचाउंदे हन। गर्मियां विच अजिहे हुंदे हन जो सानू गर्मी तो बचाउंदे हन। विआह, पार्टियां जां होर समागमां ते असीं होर तरह दे कपड़े पहनदे हां। सो कपड़ियां दा साडे जीवन विच अहम महत्व है। की तुसी जानदे हो ये कपड़े दा इतिहास की है? ये कपड़ा किवें बनना शुरू होया? ये कित्थों बनना शुरू होया? आओ आपां कपड़े दे इतिहास वल झात मारीए। आपां उस वेले तो शुरू करदे हां जदों आदि मनुख जंगलां विच रहिंदा सी। उसका रहन सहन जानवरां वर्गा ही सी। वो कच्चा मांस खांदा सी। जानवरां तो बचण लई वो झुंड बना के रहिंदे सन। अजे उसनूं कपड़ा बनाउण जां पहनण दा ज्ञान नहीं सी। अजे तां वो जंगलां विच जानवरां तो खो के खा रहा सी। आदि मनुख जदों जंगलां विच रहिंदा सी, सर्दी तो अपने आप नूं बचाउण लई अते अपने आप नूं गर्म रखण लई पशुआं जां जानवरां दी खल नाल अपने शरीर नूं ढक लैंदा सी।
ਆਦਿ ਮਨੁੱਖ ਪਸ਼ੂਆਂ ਦੀ ਖੱਲ ਇਸ ਲਈ ਵੀ ਪਹਿਨਦਾ ਸੀ ਕਿਉਂਕਿ ਉਸ ਨੂੰ ਅਜੇ ਕੱਪੜਾ ਬੁਣਨ ਦੀ ਜਾਂਚ ਨਹੀਂ ਸੀ। ਹੌਲੀ-ਹੌਲੀ ਉਸਨੇ ਘਾਹ ਦੀ ਵਰਤੋਂ ਕਰਨੀ ਸਿੱਖੀ। ਘਾਹ ਤੋਂ ਉਸਨੇ ਆਪਣਾ ਘਰ ਬਣਾਉਣਾ ਸਿੱਖਿਆ। ਹੌਲੀ-ਹੌਲੀ ਉਸਨੇ ਘਾਹ ਦੀ ਵਰਤੋਂ ਵੱਖ-ਵੱਖ ਪੱਖਾਂ ਤੋਂ ਕਰਨੀ ਸ਼ੁਰੂ ਕਰ ਦਿੱਤੀ। ਘਾਹ ਨੂੰ ਉਸਨੇ ਬਹੁਤ ਸਾਰੇ ਤਰੀਕਿਆਂ ਨਾਲ ਵਰਤਣਾ ਸ਼ੁਰੂ ਕਰ ਦਿੱਤਾ। ਭਾਰਤ ਵਿੱਚ ਇੱਕ ਭਾਈਚਾਰਾ ਰਹਿੰਦਾ ਹੈ ਜਿਸ ਨੂੰ ਜੁਲਾਹੇ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਭਾਰਤੀ ਜੁਲਾਹਿਆਂ ਨੇ ਪਹਿਲਾਂ ਘਾਹ ਦੇ ਰੇਸ਼ਿਆਂ ਦੀ ਵਰਤੋਂ ਕੱਪੜਾ ਤਿਆਰ ਕਰਨ ਲਈ ਕੀਤੀ। ਧਾਗੇ ਤੋਂ ਪਹਿਲਾਂ ਘਾਹ ਦੇ ਰੇਸ਼ੇ ਨੂੰ ਵਰਤਿਆ ਗਿਆ। ਕਿਸ ਲਈ? ਕੱਪੜਾ ਤਿਆਰ ਕਰਨ ਲਈ। ਫਿਰ ਹੌਲੀ-ਹੌਲੀ ਧਾਗੇ ਦੀ ਖੋਜ ਹੋਈ। ਧਾਗੇ ਨਾਲ ਕੱਪੜਾ ਬੁਣਨਾ ਸਿੱਖਿਆ। ਉਸ ਨੂੰ ਖੱਡੀ ਰਾਹੀਂ ਧਾਗਿਆਂ ਦੀ ਵਰਤੋਂ ਕਰਨ ਦੀ ਜਾਣਕਾਰੀ ਹਾਸਲ ਹੋਈ। ਖੱਡੀ ਤੋਂ ਕੀ ਭਾਵ? ਖੱਡੀ ਕਿਸ ਨੂੰ ਕਹਿੰਦੇ ਹਾਂ? ਜਿਸ ਦੇ ਰਾਹੀਂ ਕੱਪੜਾ ਬੁਣਿਆ ਜਾਂਦਾ ਹੈ। ਪਿਆਰੇ ਬੱਚਿਓ, ਆਓ ਵੇਖੀਏ ਕਪਾਹ ਤੋਂ ਖੱਡੀ ਨਾਲ ਕੱਪੜਾ ਕਿਵੇਂ ਤਿਆਰ ਕੀਤਾ ਜਾਂਦਾ ਹੈ।
ਸਮਾਂ ਬੀਤਣ ਨਾਲ ਰੇਸ਼ੇ ਅਤੇ ਨਮੂਨਿਆਂ ਵਿੱਚ ਹੋਰ ਵੀ ਸੁਧਾਰ ਆਇਆ। ਉਸ ਸੁਧਾਰ ਨਾਲ ਇਹਨਾਂ ਰੇਸ਼ਿਆਂ ਅਤੇ ਨਮੂਨਿਆਂ ਵਿੱਚ ਨਿਖਾਰ ਆਇਆ। ਨਵੇਂ-ਨਵੇਂ ਰੇਸ਼ੇ ਲੱਭਦੇ ਹੋਏ ਡਿਜ਼ਾਈਨਾਂ ਵਿੱਚ ਵਿਲੱਖਣਤਾ ਆਉਂਦੀ ਗਈ। ਪ੍ਰਾਚੀਨ ਕਾਲ ਤੋਂ ਹੀ ਜੁਲਾਹਿਆਂ ਨੇ ਭਾਰਤ ਵਿੱਚ ਸਨਮਾਨਯੋਗ ਸਥਾਨ ਹਾਸਲ ਕੀਤਾ ਹੋਇਆ ਸੀ। ਪੁਰਾਣੀਆਂ ਵਸਤਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੇ ਮੋਹਿੰਜੋਦੜੋ ਅਤੇ ਹੜੱਪਾ ਸਥਾਨਾਂ ਦੀ ਖੁਦਾਈਆਂ ਤੋਂ ਕੱਪੜੇ ਅਤੇ ਕੱਪੜੇ ਨਾਲ ਸੰਬੰਧਿਤ ਚੀਜ਼ਾਂ ਪ੍ਰਾਪਤ ਕੀਤੀਆਂ। ਬੱਚਿਓ, ਮੋਹਿੰਜੋਦੜੋ ਅਤੇ ਹੜੱਪਾ ਬਾਰੇ ਤੁਸੀਂ 6ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ। ਇਹ ਸਥਾਨ ਸਿੰਧ ਘਾਟੀ ਦੀ ਸੱਭਿਅਤਾ ਨਾਲ ਸੰਬੰਧਿਤ ਹਨ। ਪਿਆਰੇ ਬੱਚਿਓ, ਆਓ ਆਪਾਂ ਮੋਹਿੰਜੋਦੜੋ ਦੇ ਸਥਾਨ ਨੂੰ ਵੇਖੀਏ। ਇਹ ਸਥਾਨ ਹੁਣ ਪਾਕਿਸਤਾਨ ਵਿੱਚ ਹਨ। ਇਹਨਾਂ ਸਥਾਨਾਂ ਦੇ ਉੱਤੇ 4500 ਸਾਲ ਪਹਿਲਾਂ ਲੋਕ ਰਿਹਾ ਕਰਦੇ ਸਨ। ਇਹਨਾਂ ਸਥਾਨਾਂ ਤੋਂ ਵੱਖ-ਵੱਖ ਤਰ੍ਹਾਂ ਦੇ ਬਰਤਨ, ਖਿਡੌਣੇ, ਹਥਿਆਰ ਆਦਿ ਤਾਂ ਮਿਲੇ ਹੀ ਹਨ। ਇੱਕ ਖਾਸ ਚੀਜ਼ ਜੋ ਇੱਥੋਂ ਪਤਾ ਚੱਲੀ ਹੈ ਉਹ ਹੈ ਕਿ ਕਢਾਈ ਬੁਣਾਈ ਇਹਨਾਂ ਲੋਕਾਂ ਦਾ ਹਰਮਨ ਪਿਆਰਾ ਧੰਦਾ ਹੁੰਦਾ ਸੀ, ਕਿਉਂਕਿ ਮੋਹਿੰਜੋਦੜੋ ਅਤੇ ਹੜੱਪਾ ਦੇ ਲਗਭਗ ਹਰ ਇੱਕ ਘਰ ਵਿੱਚੋਂ ਸੂਤ ਕੱਤਣ ਵਾਲੀਆਂ ਤੱਕਲੀਆਂ ਪ੍ਰਾਪਤ ਹੋਈਆਂ ਹਨ। ਕਸ਼ਮੀਰ ਵਿੱਚ ਕਈ ਸਥਾਨਾਂ ਦੀ ਖੁਦਾਈ ਸਮੇਂ ਚਰਖੇ, ਦਰੀਆਂ ਆਦਿ ਪ੍ਰਾਪਤ ਹੋਏ ਹਨ। ਸੋ ਇਹ ਸੰਕੇਤ ਮਿਲਦਾ ਹੈ ਕਿ ਲਗਭਗ 4000 ਸਾਲ ਪਹਿਲਾਂ ਲੋਕ ਕੱਪੜਾ ਬੁਣਨਾ ਵੀ ਜਾਣਦੇ ਸਨ। ਭਾਰਤ ਦੇ ਇਤਿਹਾਸ ਨੂੰ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਚੀਨ, ਯੂਨਾਨ
ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੂੰ ਭਾਰਤੀ ਕੱਪੜਾ ਨਿਰਯਾਤ ਹੁੰਦਾ ਸੀ। ਇਹਨਾਂ ਦੇਸ਼ਾਂ ਵਿੱਚ ਰਹਿੰਦੇ ਲੋਕ ਭਾਰਤੀ ਕੱਪੜੇ ਨੂੰ ਬਹੁਤ ਪਸੰਦ ਕਰਦੇ ਸਨ। ਮੁਗਲ ਕਾਲ ਦੌਰਾਨ ਭਾਰਤ ਵਿੱਚ ਕੱਪੜਾ ਉਦਯੋਗ ਬਹੁਤ ਵਿਕਸਿਤ ਹੋਇਆ। ਲੋਕਾਂ ਦੀ ਆਮਦਨ ਦਾ ਇਹ ਮੁੱਖ ਕਿੱਤਾ ਹੁੰਦਾ ਸੀ। ਮਲਮਲ ਸ਼ਬਦ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਅੱਜ ਤੋਂ ਕਰੀਬ 70 ਸਾਲ ਪਹਿਲਾਂ 1949 ਦੇ ਵਿੱਚ ਇੱਕ ਫਿਲਮ ਆਈ ਸੀ, ਉਸ ਦਾ ਗੀਤ ਵੀ ਤੁਸੀਂ ਜ਼ਰੂਰ ਸੁਣਿਆ ਹੋਵੇਗਾ। मोरा लाल दुपट्टा मलमल का हो जी इधर उधर लहराए मोरा लाल दुपट्टा मलमल का जी मोरा लाल दुपट्टा मलमल का हो जी हवा में उड़ता जाए मोरा लाल दुपट्टा मलमल का जी मोरा लाल दुपट्टा मलमल का हो जी। ਇਸ ਗੀਤ ਵਿੱਚ ਮਲਮਲ ਦੇ ਕੱਪੜੇ ਦੀ ਗੱਲ ਕੀਤੀ ਗਈ ਹੈ। ਢਾਕੇ ਦੀ ਮਲਮਲ। ਢਾਕਾ ਬੰਗਾਲ ਦੇ ਵਿੱਚ ਸਥਿਤ ਇੱਕ ਸਥਾਨ ਸੀ ਜੋ ਮੌਜੂਦਾ ਬੰਗਲਾਦੇਸ਼ ਦੀ ਰਾਜਧਾਨੀ ਹੈ। ਉੱਥੋਂ ਦੀ ਮਲਮਲ ਬਹੁਤ ਜ਼ਿਆਦਾ ਮਸ਼ਹੂਰ ਸੀ। ਇਸੇ ਤਰ੍ਹਾਂ ਹੀ ਬਨਾਰਸ ਦਾ ਰੇਸ਼ਮ ਜਾਂ ਰੇਸ਼ਮ ਦੀਆਂ ਸਾੜੀਆਂ ਬਹੁਤ ਜ਼ਿਆਦਾ ਮਸ਼ਹੂਰ ਸਨ। ਇਸ ਕੱਪੜੇ ਦੀ ਵੀ ਵਿਦੇਸ਼ਾਂ ਵਿੱਚ ਬਹੁਤ ਜ਼ਿਆਦਾ ਮੰਗ ਹੁੰਦੀ ਸੀ। ਸੂਰਤ ਅਹਿਮਦਾਬਾਦ ਦਾ ਸੂਤੀ ਕੱਪੜਾ, ਇਹ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਕੱਪੜਾ ਹੁੰਦਾ ਸੀ। ਯੂਰਪੀ ਵਪਾਰੀ ਭਾਰਤ ਵਿੱਚ ਢਾਕੇ ਦੀ ਮਲਮਲ, ਬਨਾਰਸ ਦਾ ਰੇਸ਼ਮ, ਸੂਰਤ ਅਹਿਮਦਾਬਾਦ ਦਾ ਸੂਤੀ ਕੱਪੜਾ ਖਰੀਦਣ ਲਈ ਆਇਆ ਕਰਦੇ ਸਨ।
ਗੁਜਰਾਤ ਦਾ ਇੱਕ ਹੋਰ ਕੱਪੜਾ ਵੀ ਬਹੁਤ ਮਸ਼ਹੂਰ ਸੀ, ਜਿਸ ਨੂੰ ਪਟੋਲਾ ਕਿਹਾ ਜਾਂਦਾ ਸੀ। ਇਹ ਕੱਪੜਾ ਬਹੁਤ ਮੁਲਾਇਮ ਅਤੇ ਕੀਮਤੀ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਇੱਕ ਪਟੋਲਾ ਸਾੜੀ ਬਣਾਉਣ ਲਈ 4-5 ਮਹੀਨੇ ਤੱਕ ਲੱਗ ਜਾਂਦੇ ਸਨ। ਸੋ ਇਹ ਕਿੱਤੇ ਨਾਲ ਸੰਬੰਧਿਤ ਲੋਕ ਬੜੇ ਸ਼ੌਂਕ ਨਾਲ ਕੱਪੜਾ ਤਿਆਰ ਕਰਦੇ ਸਨ, ਭਾਵੇਂ ਉਹ ਢਾਕੇ ਦੀ ਮਲਮਲ ਸੀ, ਚਾਹੇ ਉਹ ਬਨਾਰਸ ਦਾ ਰੇਸ਼ਮ ਸੀ, ਜਾਂ ਸੂਰਤ ਦਾ ਸੂਤੀ ਕੱਪੜਾ ਸੀ, ਜਾਂ ਗੁਜਰਾਤ ਦਾ ਪਟੋਲਾ ਕੱਪੜਾ ਸੀ। ਪਰ ਅੰਗਰੇਜ਼ੀ ਰਾਜ ਸਥਾਪਿਤ ਹੋਣ ਨਾਲ ਇਹਨਾਂ ਸਾਰੇ ਕਿੱਤਿਆਂ ਨੂੰ ਬਹੁਤ ਧੱਕਾ ਲੱਗਿਆ। ਉਸ ਪਿੱਛੇ ਕਾਰਨ ਕੀ ਸੀ? ਜੋ ਦੇਸੀ ਰਿਆਸਤਾਂ ਸਨ, ਉਹਨਾਂ ਦੇ ਰਾਜੇ ਮਹਾਰਾਜੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਾਰੀਗਰਾਂ ਤੋਂ ਸ਼ੌਂਕ ਨਾਲ ਇਹ ਕੱਪੜਾ ਖਰੀਦਦੇ ਸਨ। ਪਰੰਤੂ ਇਹ ਰਿਆਸਤਾਂ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਰਥਿਕ ਤੌਰ ਉੱਤੇ ਟੁੱਟ ਗਈਆਂ ਅਤੇ ਇਹਨਾਂ ਪਰਿਵਾਰਾਂ ਨੇ ਉਹਨਾਂ ਕਾਰੀਗਰਾਂ ਦਾ ਕੱਪੜਾ ਖਰੀਦਣਾ ਬੰਦ ਕਰ ਦਿੱਤਾ, ਜਿਸ ਕਰਕੇ ਉਹ ਕਾਰੀਗਰ ਕੱਪੜਾ ਬਣਾਉਣ ਤੋਂ ਅਸਮਰੱਥ ਹੋ ਗਏ, ਕਿਉਂਕਿ ਉਹਨਾਂ ਦੇ ਖਰੀਦਦਾਰ ਘਟਦੇ ਗਏ। ਭਾਰਤੀ ਕੱਪੜੇ ਸੰਸਾਰ ਭਰ ਵਿੱਚ ਪ੍ਰਸਿੱਧ ਸਨ। ਯੂਰਪੀਅਨ ਵਪਾਰੀ ਸਾਡੇ ਦੇਸ਼ ਵਿੱਚ ਕੱਪੜੇ ਅਤੇ ਮਸਾਲਿਆਂ ਦੇ ਵਪਾਰ ਲਈ ਹੀ ਆਏ ਸਨ। ਜਿੱਥੇ ਯੂਰਪ ਦੇ ਵਿੱਚ ਭਾਰਤ ਦੇ ਮਸਾਲੇ ਮਸ਼ਹੂਰ ਸਨ, ਉੱਥੇ ਭਾਰਤ ਦੇ ਕੱਪੜੇ ਵੀ ਬਹੁਤ ਜ਼ਿਆਦਾ ਮਸ਼ਹੂਰ ਸਨ। ਭਾਰਤ ਦੇ ਕੱਪੜਿਆਂ ਦੀ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਮੰਗ ਸੀ। ਉਦਯੋਗਿਕ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਵੱਡੇ ਵੱਡੇ ਕੱਪੜਾ ਉਦਯੋਗ ਲਗਾਏ ਗਏ। ਇਹਨਾਂ ਉਦਯੋਗਾਂ ਵਿੱਚ ਸਧਾਰਨ ਖੱਡੀਆਂ ਨਾਲੋਂ ਵੱਧ ਕੱਪੜੇ ਦਾ ਉਤਪਾਦਨ ਕੀਤਾ ਜਾਣ ਲੱਗਿਆ। ਇਹਨਾਂ ਉਦਯੋਗਾਂ ਵਿੱਚ ਸਧਾਰਨ ਖੱਡੀਆਂ ਨਾਲੋਂ ਵੱਧ ਕੱਪੜੇ ਦਾ ਉਤਪਾਦਨ ਕੀਤਾ ਜਾਣ ਲੱਗਿਆ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਫਿਰ 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਭਾਰਤ ਵਿੱਚ ਹੱਥ ਨਾਲ ਬੁਣੇ ਜਾਣ ਵਾਲੇ ਸੂਤੀ ਅਤੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਣ ਲੱਗੇ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਮੁੜ ਹੋਂਦ ਵਿੱਚ ਆਇਆ।
ਸੋ ਪਿਆਰੇ ਬੱਚਿਓ, ਇਹ ਸੀ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਕੱਪੜੇ ਸੰਬੰਧੀ ਵਿਸ਼ੇਸ਼ ਅਧਿਐਨ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵਿਸ਼ੇ ਸੰਬੰਧੀ ਲੋੜੀਂਦੀ ਜਾਣਕਾਰੀ ਪ੍ਰਾਪਤ ਹੋ ਗਈ ਹੈ। ਸੋ ਪਿਆਰੇ ਵਿਦਿਆਰਥੀਓ, ਇਸੇ ਦੇ ਨਾਲ ਹੀ ਸਾਡਾ ਪਾਠ ਨੰਬਰ 14 ਦਸਤਕਾਰੀ ਅਤੇ ਉਦਯੋਗ ਸਮਾਪਤ ਹੁੰਦਾ ਹੈ। ਆਪ ਸਾਰਿਆਂ ਦਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਖੁਸ਼ ਰਹੋ।